ਜਦੋਂ ਬੱਚਾ ਉੱਥੇ ਗਿਆ ਤੇ ਉਹਨੇ ਜਾ ਕੇ ਕਿਹਾ ਕਿ ਮੇਰਾ ਸ਼ੈਰੀਡਨ ਕਾਲਜ 'ਚ ਐਡਮਿਸ਼ਨ ਨਹੀਂ ਹੈ। 10-15 ਦਿਨ ਕਰਕੇ ਲਗਭਗ ਮਹੀਨਾ ਕੇ ਨਿਕਲ ਗਿਆ ਤੇ ਬੱਚੇ ਨੂੰ ਇਹਨਾਂ ਨੇ ਕੋਈ ਅਸ਼ੋਰੈਂਸ ਨਹੀਂ ਦਿੱਤੀ ਜਾਂ ਬੱਚੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਕਿਹੜੇ ਕਾਲਜ ਪੜ੍ਹਨਾ। ਫਿਰ ਲਗਭਗ 1.5 ਮਹੀਨੇ ਬਾਅਦ ਇਹਨੇ ਕਹਿਤਾ ਕਿ ਤੁਹਾਡੇ ਬੱਚੇ ਦੀ ਐਡਮਿਸ਼ਨ ਉੱਥੇ ਕੈਂਸਲ ਹੋ ਗਈ ਹੈ, ਉਹ ਐਡਮਿਸ਼ਨ ਉੱਥੇ ਨਹੀਂ ਹੋਈ, ਤੁਸੀਂ ਐਂ ਕਰੋ ਕਿ ਬੱਚੇ ਨੂੰ ਕਿਸੇ ਵੀ ਹੋਰ ਕਾਲਜ ਖੋ ਕੇ ਪੜ੍ਹ ਲਓ। ਬਾਰਡਰ ਸਿਕਿਉਰਿਟੀ ਏਜੰਸੀ ਵਾਲਿਆਂ ਨੇ ਮੇਰੀ ਬੇਟੀ ਨੂੰ ਇੰਟਰਵਿਊ ਕੀਤਾ ਕਿ ਤੁਹਾਡੀ ਪੀਆਰ ਅਸੀਂ ਐਕਸੈਪਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਫੇਕ ਡਾਕੂਮੈਂਟਸ ਲਗਾ ਕੇ ਆਏ। ਸਾਨੂੰ ਬ੍ਰਿਜੇਸ਼ ਮਿਸ਼ਰਾ ਤੇ ਜਿਹੜੇ ਰਾਹੁਲ ਭਾਰਗਵ ਦੀ ਜਿਹੜੀ ਕੰਪਨੀ ਹੈ EMSA, ਉਹਦੇ ਵੱਲੋਂ ਇਹਨਾਂ ਨੇ ਕਿਹਾ ਕਿ ਟੋਟਲ ਹੈ ਜੇ ਸ਼ੈਰੀਡਨ ਕਾਲਜ ਬੱਚਾ ਪੜ੍ਹਦਾ ਤੇ ਉਹਦੀ 9,12,800 ਰੁਪਏ ਟੋਟਲ ਫੀ ਹੋਏਗੀ ਤੇ 25,000 ਰੁਪਏ ਇਹਨਾਂ ਦੀ ਕੰਸਲਟੇਸ਼ਨ ਫੀ। 7 ਲੱਖ ਤੁਸੀਂ ਐਡਵਾਂਸ ਦਿਓਗੇ ਤੇ ਬਾਕੀ ਦੇ 2,12,000 ਜਿਹੜਾ 800 ਰੁਪਏ ਬਚੇਗਾ ਫਿਰ ਤੁਸੀਂ ਨੈਕਸਟ ਟਾਈਮ ਪੇ ਕਰਨਾ। ਕੈਨੇਡਾ ਦੇ ਵਿੱਚ ਫਸੇ 700 ਵਿਦਿਆਰਥੀਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਦਾਅ ਉੱਤੇ ਲੱਗੀ ਹੋਈ ਹੈ ਕਿਉਂਕਿ ਉਹਨਾਂ ਦਾ 7 ਸਾਲ ਦਾ ਸਮਾਂ ਜਿਹੜਾ ਹੈ ਉਹ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਜਲੰਧਰ ਦੇ ਇੱਕ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਇੱਕ ਇਮੀਗ੍ਰੇਸ਼ਨ ਫਰਾਡ ਵੱਲੋਂ ਜਿਹੜਾ ਹੈ ਉਹ ਇਹਨਾਂ 700 ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਫਸਾਇਆ ਜਾਂਦਾ ਹੈ ਜਿਸ ਤੋਂ ਜਿਹੜਾ ਹੈ 16 ਤੋਂ ਲੈ ਕੇ 20 ਲੱਖ ਦੇ ਕਰੀਬ ਦੀ ਰਕਮ ਜਿਹੜੀ ਹੈ ਉਹਨਾਂ ਬੱਚਿਆਂ ਤੋਂ ਵਸੂਲ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਭੇਜਿਆ ਜਾਂਦਾ ਹੈ। ਕੈਨੇਡਾ ਦੇ ਵਿੱਚ ਬੱਚੇ ਜਾਂਦੇ ਨੇ, ਉਸ ਜਗ੍ਹਾ ਦੇ ਉੱਤੇ ਜਾ ਕੇ ਆਪਣਾ 7 ਸਾਲ ਜਿਹੜਾ ਹੈ ਉਹ ਲਗਾਉਂਦੇ ਨੇ। ਕਈ ਬੱਚੇ ਜਿਹੜੇ ਨੇ ਉਹ ਆਪਣੇ ਬਿਹਾਫ ਦੇ ਉੱਤੇ ਉਹਨਾਂ ਕਾਲਜਾਂ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਐਡਮਿਸ਼ਨ ਲੈਂਦੇ ਨੇ। ਕੁਝ ਬੱਚੇ ਜਿਹੜੇ ਨੇ ਉਹ ਆਪਣੇ ਹੀ ਬਿਹਾਫ ਦੇ ਉੱਤੇ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਤੇ ਕੁਝ ਬੱਚਿਆਂ ਦੀ ਜਿਹੜੀ ਹੈ ਉਹ ਡਾਇਰੈਕਟ ਐਡਮਿਸ਼ਨ ਹੋ ਜਾਂਦੀ ਹੈ। ਪਰ ਜਦੋਂ 5 ਸਾਲ ਉਹਨਾਂ ਬੱਚਿਆਂ ਦੇ ਪੂਰੇ ਹੁੰਦੇ ਨੇ ਤਾਂ 5 ਸਾਲ ਤੋਂ ਬਾਅਦ ਬੱਚੇ ਜਦੋਂ PR ਦੇ ਲਈ ਅਪਲਾਈ ਕਰਦੇ ਨੇ ਤਾਂ ਉਹਨਾਂ ਬੱਚਿਆਂ ਨੂੰ ਕੈਨੇਡਾ ਦੀ ਐਮਬੈਸੀ ਕਹਿੰਦੀ ਹੈ ਕਿ ਤੁਹਾਡੀ PR ਜਿਹੜੀ ਹੈ ਉਹ ਫਾਈਲ ਪੂਰੀ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਤੁਹਾਡੀ ਫਾਈਲ ਹੀ ਪੂਰੀ ਜਿਹੜੀ ਹੈ ਉਹ ਜਾਲੀ ਹੈ। ਇਸ ਨੂੰ ਲੈ ਕੇ ਬੱਚੇ ਸ਼ੌਕ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਵਿੱਚ ਲੋਕ ਕਾਫੀ ਸੋਚਾਂ ਦੇ ਵਿੱਚ ਪੈ ਗਏ ਨੇ ਕਿ ਕਿਸ ਦੇ ਉੱਤੇ ਵਿਸ਼ਵਾਸ ਕਰੀਏ ਤੇ ਕਿਸ ਦੇ ਉੱਤੇ ਹੁਣ ਨਾ ਕਰੀਏ। ਇਹਨਾਂ 700 ਬੱਚਿਆਂ ਦਾ ਭਵਿੱਖ ਬਿਲਕੁਲ ਹੀ ਇਸ ਵਕਤ ਧੁੰਦਲਾ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਮਾਂ, ਇੱਕ ਰਿਸ਼ਤੇਦਾਰ ਜਿਸ ਦਾ ਬੱਚਾ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਫਸਿਆ ਹੋਇਆ ਹੈ, ਜਿਨ੍ਹਾਂ ਨੇ ਪਹਿਲੀ ਕੰਪਲੇਂਟ ਜਿਹੜੀ ਹੈ ਉਹ ਕੀਤੀ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਨਵਜੋਤ ਕੌਰ ਸਾਡੇ ਨਾਲ ਨੇ, ਉਹਨਾਂ ਦੇ ਨਾਲ ਐਜ਼ ਅ ਫੈਮਿਲੀ ਮੈਂਬਰ ਗੱਲ ਕਰਾਂਗੇ, ਐਜ਼ ਅ ਵਕੀਲ ਅਸੀਂ ਗੱਲ ਨਹੀਂ ਕਰਾਂਗੇ ਕਿਉਂਕਿ ਇਹ ਹੁਣ ਮੌਕਾ ਜਿਹੜਾ ਹੈ ਉਹ ਬਹੁਤ ਹੀ ਗੰਭੀਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਸਮਾਂ ਜਿਹੜਾ ਹੈ ਬਹੁਤ ਗੰਭੀਰ ਹੁੰਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਕੈਨੇਡਾ ਵੱਲੋਂ ਇਹ ਵਿਦਿਆਰਥੀਆਂ ਨੂੰ ਜਿਹੜਾ ਭਾਰਤ ਭੇਜਣ ਦੀ ਜਲਦ ਸੀਗੀ ਉਸ ਨੂੰ ਹਲੇ ਤੱਕ ਰੋਕਿਆ ਗਿਆ ਹੈ। ਮੈਮ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ, ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਤੁਹਾਡੀ ਫੈਮਿਲੀ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈ ਫਸਿਆ ਹੋਇਆ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਉਹਨਾਂ ਦਾ ਨਾਮ ਕੀ ਹੈ, ਬੱਚਾ ਕਿਸ ਰਿਗਾਰਡਿੰਗ ਜਿਹੜਾ ਹੈ ਕੈਨੇਡਾ ਵਿੱਚ ਗਿਆ ਸੀਗਾ, ਕਿੰਨੇ ਚਿਰ ਤੋਂ ਉੱਥੇ ਰਹਿ ਰਹੇ ਸੀਗੇ, ਕੀ ਕੁਝ ਕਰ ਰਹੇ ਸੀਗੇ, ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬੱਚੇ ਨੂੰ ਹੁਣ ਰਿਪੋਰਟ ਕੀਤਾ ਜਾਵੇਗਾ, ਉਸਦੀ ਫਾਈਲ ਜਾਲੀ ਲਗਾਏਗੀ, ਤੁਹਾਡੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਗਈ? ਇਸ ਤਰ੍ਹਾਂ ਕਿ ਮੇਰੀ ਭਤੀਜੀ ਹੈ ਓਸ਼ਨ ਅਰੋੜਾ ਬੇਟੀ, 2016 ਚ ਉਹਨੇ ਨਾਨ ਮੈਡੀਕਲ ਨਾਲ +2 ਪਾਸ ਕੀਤੀ ਸੀ। ਫਿਰ ਉਹਨੇ 9 ਬੈਂਡ ਲੈ ਕੇ ਆਈਲੈਟਸ ਕਲੀਅਰ ਕੀਤਾ ਜੂਨ ਦੇ ਮਹੀਨੇ 'ਚ 2016 ਚ। ਫਿਰ ਉਹਦੀ ਆਈਲੈਟਸ ਕਰਨ ਤੋਂ ਬਾਅਦ ਮੇਰੀ ਫੈਮਿਲੀ ਨੇ, ਮੇਰੇ ਬ੍ਰਦਰ ਨੇ ਇੱਥੇ EMSA ਦੇ ਨਾਮ ਤੇ ਜਲੰਧਰ ਬੱਸ ਸਟੈਂਡ ਦੇ ਕੋਲ ਆਫਿਸ ਹੈਗਾ ਟਰੈਵਲ ਏਜੰਟ ਦਾ, ਜਿਹਨਾਂ ਦੇ ਵਿੱਚ ਬ੍ਰਿਜੇਸ਼ ਮਿਸ਼ਰਾ ਤੇ ਇੱਕ ਰਾਹੁਲ ਭਾਰਗਵ, 2 ਪਾਰਟਨਰ ਹੈਗੇ ਨੇ ਉਹਨਾਂ ਦੇ। ਉਹਨਾਂ ਨਾਲ ਕੰਸਲਟ ਕੀਤਾ ਕਿ ਬੱਚੇ ਨੇ ਸਟੱਡੀ ਵੀਜ਼ਾ ਲਈ ਕੈਨੇਡਾ ਜਾਣਾ ਹੈ ਪੜ੍ਹਨ ਲਈ, ਤਾਂ ਤੁਸੀਂ ਉਹਨਾਂ ਦੀ ਫਾਈਲ ਜਿਹੜੀ ਆ ਪੁੱਟ ਅਪ ਕਰੋ। ਤੇ ਉਹਦੇ ਵਿੱਚ ਮੇਰੇ ਬੱਚੇ ਦੇ ਅਸੀਂ 10th ਦਾ ਸਰਟੀਫਿਕੇਟ, ਆਈਲੈਟਸ ਦਾ ਰਿਜ਼ਲਟ, ਪਾਸਪੋਰਟ ਤੇ ਜੋ ਰਿਕੁਆਇਰਡ ਡਾਕੂਮੈਂਟ ਸੀਗੇ ਅਸੀਂ ਡਾਕੂਮੈਂਟਸ ਇਹਨਾਂ ਨੂੰ ਦਿੱਤੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਮਿਸਟਰ ਬ੍ਰਿਜੇਸ਼ ਮਿਸ਼ਰਾ ਤੇ ਰਾਹੁਲ ਭਾਰਗਵ ਨਾਲ ਜੀ। ਤੇ ਉਹਨਾਂ ਦੇ ਵੱਲੋਂ ਸਾਨੂੰ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਤੁਸੀਂ ਇਹਦਾ ਫਾਈਲ ਜਿਹੜੀ ਆ ਅਸੀਂ ਪੂਰੀ ਕਰਦੇ ਹਾਂ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸ਼ੈਰੀਡਨ ਕਾਲਜ ਕੋਈ ਕੈਨੇਡਾ ਦੇ ਵਿੱਚ ਹੈਗਾ ਤੇ ਉੱਥੇ ਤੁਹਾਡੀ ਬੱਚੀ ਦੀ ਐਡਮਿਸ਼ਨ ਅਸੀਂ ਕਰਵਾ ਦਿਆਂਗੇ। ਠੀਕ ਹੈ, ਉਹ ਬੱਚੇ ਨੇ ਵੀ ਕਿਹਾ ਓਕੇ ਠੀਕ ਹੈ ਕਿ ਉਹਦੇ ਮਨਪਸੰਦ ਕਾਲਜ ਮੈਂ ਪੜ੍ਹ ਸਕਦੀ ਹਾਂ ਉਹਦੇ 'ਚ। ਉਹਨੇ ਬੱਚੇ ਨੇ ਵੀ ਹਾਮੀ ਭਰੀ ਤੇ ਅਸੀਂ ਕੀ ਕੀਤਾ ਕਿ ਉਹਦੇ ਵਿੱਚ ਸਾਨੂੰ ਬ੍ਰਿਜੇਸ਼ ਮਿਸ਼ਰਾ ਤੇ ਜਿਹੜੇ ਰਾਹੁਲ ਭਾਰਗਵ ਦੀ ਜਿਹੜੀ ਕੰਪਨੀ ਹੈ EMSA, ਉਹਦੇ ਵੱਲੋਂ ਇਹਨਾਂ ਨੇ ਕਿਹਾ ਕਿ ਟੋਟਲ ਹੈ ਜੇ ਸ਼ੈਰੀਡਨ ਕਾਲਜ ਬੱਚਾ ਪੜ੍ਹਦਾ ਤੇ ਉਹਦੀ 9,12,800 ਰੁਪਏ ਟੋਟਲ ਫੀ ਹੋਏਗੀ ਤੇ 25,000 ਰੁਪਏ ਇਹਨਾਂ ਦੀ ਕੰਸਲਟੇਸ਼ਨ ਫੀ।
ਜਿਹੜੀ ਇਹਨਾਂ ਦੀ ਏਜੰਟ ਨੇ ਆ ਪ੍ਰੋਸੈਸਿੰਗ ਚ ਪਾਉਣ ਤੇ ਸਾਨੂੰ ਉਹਦੀ ਚਾਰजेस ਲੈਣੇ ਸੀ ਜੀ ਬਿਲਕੁਲ ਤੇ ਅਸੀਂ 9,12,000 ਚੋਂ ਇਹਨਾਂ ਨੇ ਸਾਨੂੰ ਕਿਹਾ ਸੀ 9,12,800 ਰੁਪਏ ਚੋਂ 7 ਲੱਖ ਤੁਸੀਂ ਐਡਵਾਂਸ ਦੋਗੇ ਤੇ ਬਾਕੀ ਦੇ 2,12,000 ਜਿਹੜਾ 800 ਰੁਪਇਆ ਬਚੇਗਾ ਫਿਰ ਤੁਸੀਂ ਨੈਕਸਟ ਟਾਈਮ ਪੇ ਕਰਨਾ ਜੀ ਬਿਲਕੁਲ ਤੇ ਅਸੀਂ 7 ਲੱਖ ਰੁਪਇਆ ਉਹ ਤੇ 25,000 ਰੁਪਇਆ ਕੰਸਲਟੇਸ਼ਨ ਫੀ ਇਹਨਾਂ ਨੂੰ ਦਿੱਤੀ ਰਾਹੁਲ ਮਿਸ਼ਰਾ ਤੇ ਜਿਹੜੇ ਰਾਹੁਲ ਭਾਰਗਵ ਤੇ ਬਰਜੇਸ਼ ਮਿਸ਼ਰਾ ਉਹਨਾਂ ਨੂੰ। ਜੀ ਤੇ ਬੱਚੇ ਦੀ ਫਾਈਲ ਦਿੱਤੀ ਬੱਚਾ ਚਲੋ ਵੀਜ਼ਾ ਲੱਗ ਗਿਆ ਤੇ 2 ਸਤੰਬਰ ਨੂੰ ਬੇਟੀ 2016 ਦੇ ਵਿੱਚ 2 ਸਤੰਬਰ ਨੂੰ ਬੇਟੀ ਕੈਨੇਡਾ ਚਲੀ ਗਈ ਓਕੇ ਠੀਕ ਹੈ ਜੀ ਸਾਡੇ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਆਈ ਜਦੋਂ ਬੱਚਾ ਉੱਥੇ ਗਿਆ ਤੇ ਉਹਨੇ ਜਾ ਕੇ ਕਿਹਾ ਕਿ ਮੇਰਾ ਸ਼ੈਰੀਡਨ ਕਾਲਜ 'ਚ ਐਡਮਿਸ਼ਨ ਨਹੀਂ ਹੋਇਆ ਕਿਉਂਕਿ ਉੱਥੇ ਕੁਝ ਬੱਚਿਆਂ ਦੀ ਲਿਸਟ ਲਗਾਉਂਦੇ ਹੋਣਗੇ ਕਿ ਇਹ ਬੱਚੇ ਜਿਹੜੇ ਆ ਅਗਲੇ ਸਾਲ ਪੜ੍ਹਨਗੇ ਤੇ ਸਾਡੇ ਬੱਚੇ ਦਾ ਨਾਮ ਉਸ ਲਿਸਟ ਵਿੱਚ ਨਹੀਂ ਸੀ ਉਹਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੇਰਾ ਲਿਸਟ 'ਚ ਨਾਮ ਨਹੀਂ ਆ ਵੀ ਤੁਸੀਂ ਮਿਸ਼ਰਾ ਅੰਕਲ ਨਾਲ ਗੱਲ ਕਰੋ ਕਿ ਮੇਰੀ ਐਡਮਿਸ਼ਨ ਕਿੱਥੇ ਹੋਈ ਹੈ ਕਿਉਂਕਿ ਲੈਟਰ ਤਾਂ ਅਸੀਂ ਆਫਰ ਲੈਟਰ ਤਾਂ ਸਾਡੇ ਕੋਲ ਸ਼ੈਰੀਡਨ ਕਾਲਜ ਦੀ ਹੋਈ ਸੀ ਤੇ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਕਿ ਤੁਸੀਂ 10-12 ਦਿਨ ਰੁਕੋ ਤੇ ਜਦੋਂ ਮੈਂ ਫੋਨ ਕਰਾਂ ਬੇਟੀ ਨੂੰ ਕਹਣਾ ਫਿਰ ਕਾਲਜ ਜਾਏ ਇਹਦੀ ਐਡਮਿਸ਼ਨ 'ਚ ਕੁਝ ਇਸ਼ੂ ਚੱਲਦਾ ਪਿਆ ਮੈਂ ਉਹਨੂੰ ਰਿਜ਼ੋਲਵ ਕਰਕੇ ਫਿਰ ਦੱਸੂਗਾ ਇਹਨੇ ਬੇਟੀ ਨਾਲ ਵੀ ਬਾਹਰ ਬੈਠਿਆਂ ਗੱਲ ਕੀਤੀ ਤੇ 10-15 ਦਿਨ ਕਰ ਕਰਕੇ ਲਗਭਗ ਮਹੀਨਾ ਕੇ ਨਿਕਲ ਗਿਆ ਤੇ ਬੱਚੇ ਨੂੰ ਇਹਨਾਂ ਨੇ ਕੋਈ ਅਸ਼ੋਰੈਂਸ ਨਹੀਂ ਦਿੱਤੀ ਜਾਂ ਬੱਚੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਕਿਹੜੇ ਕਾਲਜ ਪੜ੍ਹਨਾ ਤੇ ਫਿਰ ਅਸੀਂ ਇਹਨਾਂ ਦੇ ਕੋਲ ਆਫਿਸ ਜਾ ਕੇ ਵੀ ਚੱਕਰ ਲਗਾਉਂਦੇ ਰਹੇ ਕਿ ਦੱਸੋ ਬੱਚਾ ਕੀ ਕਰੇ ਉਹਦਾ ਟਾਈਮ ਖਰਾਬ ਹੁੰਦਾ ਪਿਆ ਉਹਦੀ ਐਡਮਿਸ਼ਨ ਦਾ ਕੀ ਬਣਿਆ ਤੇ ਫਾਈਨਲੀ ਇਹਨੇ ਲਗਭਗ 1.5 ਮਹੀਨੇ ਬਾਅਦ ਇਹਨੇ ਕਹਿਤਾ ਕਿ ਤੁਹਾਡੇ ਬੱਚੇ ਦੀ ਐਡਮਿਸ਼ਨ ਉੱਥੇ ਕੈਂਸਲ ਹੋ ਗਈ ਹੈ ਉਹ ਐਡਮਿਸ਼ਨ ਉੱਥੇ ਨਹੀਂ ਹੋਈ ਤੁਸੀਂ ਐਂ ਕਰੋ ਕਿ ਬੱਚੇ ਨੂੰ ਕਿਸੇ ਵੀ ਹੋਰ ਕਾਲਜ ਖੋ ਕੇ ਪੜ੍ਹ ਲਵੇ ਤੇ ਇੱਕ ਤਾਂ ਇਟ ਇਜ਼ ਨਾਟ ਵੈਰੀ ਈਜ਼ੀ ਕਿ ਕੈਨੇਡਾ 'ਚ ਬੱਚਾ ਜਾ ਕੇ ਇੱਕ ਬੱਚਾ 18 ਸਾਲ ਦਾ ਹੋਇਆ ਜਦੋਂ ਗਿਆ ਆ 15 ਅਗਸਤ ਨੂੰ ਉਹਦਾ ਬਰਥਡੇ ਹੁੰਦਾ 15 ਅਗਸਤ ਨੂੰ 18 ਸਾਲ ਦੀ ਹੋਈ 2 ਸਤੰਬਰ ਨੂੰ ਚਲੀ ਗਈ ਤੇ 18 ਸਾਲ ਦਾ ਬੱਚਾ ਕੈਨੇਡਾ ਜਾ ਕੇ ਆਪੇ ਕਿੱਦਾਂ ਲੱਭੇ ਕਿ ਮੈਂ ਕਿਹੜੇ ਕਾਲਜ ਪੜ੍ਹ ਲਵਾਂ ਤੇ ਇਹ ਸਾਡੇ ਵਾਸਤੇ ਬੜਾ ਮੁਸ਼ਕਿਲ ਸੀ ਫਿਰ ਸਾਡੇ ਇੱਕ ਫੈਮਿਲੀ ਫਰੈਂਡ ਸੀਗੇ ਉੱਥੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਹੈਲਪ ਕਰੋ ਤੇ ਬੱਚੀ ਨੂੰ ਕਿਸੇ ਹੋਰ ਕਾਲਜ ਦਾ ਪਤਾ ਕਰਵਾ ਕੇ ਦਿਓ ਤੇ ਇਹਨਾਂ ਕੋਲੋਂ ਅਸੀਂ ਇਹ ਪੁੱਛਿਆ ਕਿ ਅਸੀਂ 7 ਲੱਖ ਰੁਪਇਆ ਪੇ ਕੀਤਾ ਤੇ ਜੇ ਉੱਥੇ ਕਾਲਜ ਐਡਮਿਸ਼ਨ ਹੀ ਨਹੀਂ ਹੋਈ ਤਾਂ ਸਾਡੇ ਪੈਸਿਆਂ ਦਾ ਕੀ ਬਣਿਆ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਉਹ ਰਿਫੰਡ ਹੋ ਜਾਂਦੇ ਹੁੰਦੇ ਆ ਜੇ ਐਡਮਿਸ਼ਨ ਨੂੰ ਕੈਂਸਲ ਕਰਨਗੇ ਤਾਂ ਸਾਨੂੰ ਰਿਫੰਡ ਕਰ ਦੇਣਗੇ ਤੇ ਤੁਸੀਂ 15-20 ਦਿਨ ਤੱਕ ਵੇਟ ਕਰੋ ਤੇ ਤੁਹਾਡੀ ਰਿਫੰਡ ਆ ਜਾਏਗਾ ਤੇ ਅਸੀਂ ਤੁਹਾਨੂੰ ਪੇ ਕਰਾਂਗੇ ਉਸ ਤੋਂ ਬਾਅਦ ਹੋਇਆ ਕਿ ਸਾਰਾ ਕੁਝ ਕਰਾ ਕੇ ਬੇਟੀ ਦਾ ਇੱਕ ਸਮੈਸਟਰ ਵੇਸਟ ਗਿਆ 6 ਮਹੀਨੇ ਉਹ ਫ੍ਰੀ ਰਹੀ ਉੱਥੇ ਕਿਉਂਕਿ ਇਸੇ ਕਾਲਜ ਐਡਮਿਸ਼ਨ ਨਹੀਂ ਹੋਈ ਤੇ ਅਗਲੇ ਕਾਲਜ ਵਿੱਚ ਦਾ ਸੈਸ਼ਨ ਜਿਹੜਾ ਸੀ ਸਟਾਰਟ ਹੋ ਚੁੱਕਾ ਸੀ ਤੇ ਉਹਨੇ ਦੂਸਰੇ ਕਾਲਜ ਵੀ ਨਹੀਂ ਜਾ ਪਾਈ ਤੇ ਇੱਕ ਸਮੈਸਟਰ ਖਰਾਬ ਕਰਨ ਤੋਂ ਬਾਅਦ ਅਸੀਂ 13 ਲੱਖ ਰੁਪਇਆ ਨਵੇਂ ਸਿਰੇ ਤੋਂ ਪੇ ਕਰਕੇ ਬੱਚੇ ਨੂੰ ਇੱਕ ਹੋਰ ਕਾਲਜ ਵਿੱਚ ਐਡਮਿਸ਼ਨ ਕਰਵਾਈ ਤੇ ਜਿਹੜਾ ਇਹਨਾਂ ਕੋਲ ਸਾਡਾ 7 ਲੱਖ ਰੁਪਏ ਸੀ ਇਹਦੇ ਲਈ ਅਸੀਂ ਚੱਕਰ ਕੱਟਦੇ ਰਹੇ ਤੇ ਇਹਨਾਂ ਨੇ ਲਗਭਗ 1.5-2 ਮਹੀਨੇ ਬਾਅਦ ਸਾਨੂੰ ਕਹਿਤਾ ਜੀ ਓਕੇ ਤੁਹਾਡੇ ਪੈਸੇ ਦੇਵਾਂਗੇ ਅਸੀਂ ਦੇਣਦਾਰ ਹਾਂ ਫਿਰ ਕੀ ਅਮਾਊਂਟ ਐਕਚੁਅਲੀ ਮੈਂ ਯੂਜ਼ ਕਰ ਲਈ ਆ ਤੇ ਮੈਂ ਤੁਹਾਨੂੰ ਦਊਂਗਾ 6 ਲੱਖ ਰੁਪਏ ਰਿਫੰਡ ਹੋਇਆ 7 ਲੱਖ ਚੋਂ ਤੁਹਾਨੂੰ 6 ਲੱਖ ਹੀ ਰਿਫੰਡ ਮਿਲਣਾ ਤੇ ਬ੍ਰਦਰ ਨੇ ਕਿਹਾ ਤਾਂ ਵੀ ਚਲੋ ਕੋਈ ਗੱਲ ਨਹੀਂ ਇਟਸ ਓਕੇ ਤੁਸੀਂ ਜਿਹੜਾ 6 ਲੱਖ ਹੈਗਾ ਉਹੀ ਦਿਓ ਤੇ ਫਿਰ ਇਹਨਾਂ ਨੇ ਆਨਾਕਾਨੀ ਕਰਦਿਆਂ ਇਹਨਾਂ ਨੇ ਕਿਹਾ ਕਿ ਤੁਸੀਂ ਕਿਉਂਕਿ ਮੇਰੇ ਉਸੇ ਬ੍ਰਦਰ ਦਾ ਇੱਕ ਬੇਟਾ ਵੀ ਕੈਨੇਡਾ ਗਿਆ ਹੋਇਆ ਕਹਿੰਦੇ ਕਿ ਤੁਸੀਂ ਬੇਟੇ ਦੀ ਫਾਈਲ ਲਗਾਉਣੀ ਆ ਜਦੋਂ ਉਹ ਲਗਾਉਂਗੇ ਅਸੀਂ ਉਹ 'ਚ ਐਡਜਸਟ ਕਰ ਲਾਂਗੇ ਤੇ ਜਦੋਂ ਅਸੀਂ ਬੇਟੇ ਦੀ ਫਾਈਲ ਲਗਾਈ ਤੇ ਉਦੋਂ ਇਹ ਮਿਸ਼ਰਾ ਖੁਦ ਸੀ ਨਹੀਂ ਅਸੀਂ ਰਾਹੁਲ ਭਾਰਗਵ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਉਹਨਾਂ ਨੂੰ ਭਾਜੀ ਉਹਨਾਂ ਨੂੰ ਪਤਾ ਹੋਊਗਾ ਜਦੋਂ ਆਉਣਗੇ ਤਾਂ ਉਹੀ ਫੇਰ ਹੀ ਕਰ ਸਕਦੇ ਆ ਤੇ ਫਿਰ ਅਲਟੀਮੇਟਲੀ ਅਸੀਂ ਆਪਣੇ ਬੇਟੇ ਦੀ ਫਾਈਲ ਕਿਸੇ ਹੋਰ ਏਜੰਟ ਕੋਲੋਂ ਲਗਵਾਈ ਬਾਹਰੋਂ ਤੇ ਸਾਨੂੰ 6 ਲੱਖ ਦਾ ਮਤਲਬ ਈਵਨ ਟੋਟਲ ਕਰੋ 7 ਲੱਖ ਦਾ 1 ਵੀ ਰੁਪਇਆ ਅੱਜ ਤੱਕ ਵਾਪਸ ਨਹੀਂ ਮਿਲਿਆ ਅਸੀਂ ਫਿਰ ਵੀ ਇਹਨਾਂ ਨੂੰ ਕੋਈ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਸੀ ਕਿ ਚਲੋ ਬੱਚਾ ਸਾਡਾ ਪੜ੍ਹਦਾ ਪਿਆ ਉਹ ਸੇਫ ਆ ਉਹਨੇ ਹੋਰ ਕਾਲਜ ਪੜ੍ਹਨਾ ਸ਼ੁਰੂ ਕਰਤਾ 13 ਲੱਖ ਰੁਪਏ ਅਸੀਂ ਨਵੇਂ ਸਿਰੇ ਤੋਂ ਲਗਾ ਕੇ ਉਹਨੂੰ ਪੜ੍ਹਾਈ ਕਰਵਾਤੀ ਚਲੋ ਬੱਚੇ ਨੇ ਉੱਥੇ ਪੜ੍ਹ ਲਿਆ ਉਹਦੀ ਪੜ੍ਹਾਈ ਕੰਪਲੀਟ ਹੋ ਗਈ ਉਸ ਤੋਂ ਬਾਅਦ ਬੱਚੇ ਨੇ ਉੱਥੇ ਆਪਣਾ ਵਰਕ ਪਰਮਿਟ ਲੈਂਦੇ ਆ ਵਰਕ ਪਰਮਿਟ ਲੈ ਲਿਆ ਤੇ ਕੰਮ ਕਰਨਾ ਸ਼ੁਰੂ ਕਰਤਾ ਹੁਣ ਹੋਇਆ ਕਿ 2022 ਦੇ ਵਿੱਚ ਆ ਕੇ ਜਦੋਂ ਉਹਦੀ ਪੀਆਰ ਦੀ ਫਾਈਲ ਅੰਡਰ ਕੰਸੀਡਰੇਸ਼ਨ ਸੀ ਉਹਨਾਂ ਦਾ ਇੱਕ ਡਿਪਾਰਟਮੈਂਟ ਹੈਗਾ ਜੀ ਬਾਰਡਰ ਸਿਕਿਉਰਿਟੀ ਏਜੰਸੀ ਜਿਸ ਤਰ੍ਹਾਂ ਸਾਡਾ ਇੱਥੇ BSF ਹੁੰਦਾ ਤੇ ਉਹਨਾਂ ਨੇ ਬਾਰਡਰ ਸਿਕਿਉਰਿਟੀ ਏਜੰਸੀ ਵਾਲਿਆਂ ਨੇ ਮੇਰੀ ਬੇਟੀ ਨੂੰ ਇੰਟਰਵਿਊ ਕੀਤਾ ਕਿ ਤੁਹਾਡੀ ਪੀਆਰ ਅਸੀਂ ਐਕਸੈਪਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਫੇਕ ਡਾਕੂਮੈਂਟਸ ਲਗਾ ਕੇ ਆਏ ਆ ਤੇ ਬੇਟੀ ਜਿਹੜੀ ਉਹਨੂੰ ਬਹੁਤ ਸ਼ੌਕ ਲੱਗਿਆ ਕਿ ਮੈਂ ਤਾਂ 9 ਬੈਂਡ ਲਏ ਆ ਉਹਨੇ ਆਈਲੈਟਸ ਤੋਂ 95% ਨਾਲ ਉਹਨੇ +2 ਪਾਸ ਕੀਤੀ ਆ ਤੇ ਮੇਰਾ ਤਾਂ ਕੋਈ ਡਾਕੂਮੈਂਟ ਫੇਕ ਨਹੀਂ ਆ ਬਟ ਪਤਾ ਲੱਗਿਆ ਕਿ ਜਿਹੜਾ ਸ਼ੈਰੀਡਨ ਕਾਲਜ ਦੀ ਆਫਰ ਲੈਟਰ ਸੀ ਉਹ ਫੇਕ ਸੀ 2022 ਚ ਆ ਕੇ 7 ਸਾਲਾਂ ਬਾਅਦ 6 ਸਾਲਾਂ ਬਾਅਦ ਤੇ ਜਦੋਂ ਉਹਨਾਂ ਨੇ ਬੇਟੀ ਨੂੰ ਇੰਟਰਵਿਊ ਕੀਤਾ ਉਹਨਾਂ ਨੇ ਬੜਾ ਪੁੱਛਿਆ ਕਿ ਤੁਸੀਂ ਸ਼ੈਰੀਡਨ ਕਾਲਜ ਕਿਉਂ ਨਹੀਂ ਗਏ ਐਡਮਿਸ਼ਨ ਉੱਥੇ ਕਰਾਈ ਸੀ ਉੱਥੇ ਕਿਉਂ ਨਹੀਂ ਗਏ ਬੇਟੀ ਨੇ ਦੱਸਿਆ ਕਿ ਜੋ ਸੱਚਾਈ ਸੀ ਕਿ ਮੇਰੀ ਐਡਮਿਸ਼ਨ ਕੈਂਸਲ ਹੋ ਗਈ ਸੀ ਮੈਨੂੰ ਦੱਸਿਆ ਸੀ ਮਿਸ਼ਰਾ ਅੰਕਲ ਨੇ ਕਿ ਐਡਮਿਸ਼ਨ ਕੈਂਸਲ ਹੋ ਗਈ ਤੁਸੀਂ ਹੋਰ ਕਾਲਜ ਪੜ੍ਹ ਲਓ ਤੇ ਉਹ 'ਚ ਮੇਰਾ ਕੋਈ ਫਾਲਟ ਨਹੀਂ ਆ ਬਟ ਉਹਨਾਂ ਨੇ ਸਾਡੇ ਧਿਆਨ 'ਚ ਇਹ ਗੱਲ ਲਿਆਂਦੀ ਕਿ ਤੁਹਾਡੀ ਐਡਮਿਸ਼ਨ ਕੈਂਸਲ ਨਹੀਂ ਸੀ ਹੋਈ ਤੁਹਾਡੇ ਬੱਚੇ ਦੀ ਐਡਮਿਸ਼ਨ ਸ਼ੈਰੀਡਨ ਕਾਲਜ ਵਿੱਚ ਕਦੇ ਹੋਈ ਨਹੀਂ ਜਿਹੜੀ ਲੈਟਰ ਸੀ ਆਫਰ ਲੈਟਰ ਉਹ ਕੋਈ ਫੇਕ ਸੀ ਇਹਨੇ ਆਪੇ ਆਪਣੇ ਲੈਵਲ ਤੇ ਇਹਨਾਂ ਨੇ ਬਣਾ ਕੇ ਦਿੱਤੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਕੋਲ ਗਏ ਜਿਹੜੇ EMSA
ਫਰਮ ਹੈ ਇਹਨਾਂ ਦੀ ਇੱਥੇ ਬੱਸ ਸਟੈਂਡ ਦੇ ਕੋਲ, ਇਹਨਾਂ ਕੋਲ ਜਾ ਕੇ ਇਨਕੁਆਇਰੀ ਕੀਤਾ ਕਿ ਦੱਸੋ ਤੁਸੀਂ ਸਾਡੇ ਬੱਚੇ ਦਾ ਕੀ ਬਣਿਆ, ਕਿ ਤੁਸੀਂ ਕਹਿੰਦੇ ਪਏ ਹੋ ਕਿ ਉਹਨੂੰ ਹੋ ਗਿਆ ਕੰਮ ਉਹਦਾ, ਬਟ ਪੀਆਰ ਉਹਦੀ ਅੰਡਰ ਕੁਐਸਚਨ ਆ ਕਿ ਇਹ ਡਾਕੂਮੈਂਟ ਫੇਕ ਦਿੱਤੇ ਆ ਤੁਸੀਂ। ਇਹ ਕਹਿੰਦੇ ਜੀ ਨਹੀਂ, ਮਿਸ਼ਰਾ ਸਾਹਿਬ ਗਏ ਹੋਏ ਆ ਕੈਨੇਡਾ ਦੇ ਵਿੱਚ, ਰਾਹੁਲ ਭਾਰਗਵ ਨਾਲ ਗੱਲ ਹੋਈ, ਕਹਿੰਦੇ ਮਿਸ਼ਰਾ ਸਾਹਿਬ ਗਏ ਹੋਏ ਆ, ਉਹਨਾਂ ਨੇ ਫੈਡਰਲ ਕੋਰਟ 'ਚ ਕੇਸ ਲਗਾਇਆ ਹੋਇਆ, ਤੁਸੀਂ ਇਕੱਲੇ ਬੱਚੇ ਨਹੀਂ ਆ, 3-4 ਬੱਚੇ ਹੋਰ ਵੀ ਆ, ਤੇ ਉਹਨਾਂ ਸਾਰੇ ਬੱਚਿਆਂ ਦਾ ਜਿਹੜਾ ਮੈਟਰ ਆ, ਯੂਨੀਵਰਸਿਟੀ ਨੇ ਇਹਨਾਂ ਦੀ ਐਡਮਿਸ਼ਨ ਕੈਂਸਲ ਕੀਤੀ ਸੀ, ਅਸੀਂ ਫੈਡਰਲ ਕੋਰਟ 'ਚ ਕੇਸ ਲਗਾਇਆ ਹੋਇਆ, ਜਿੱਦਾਂ ਹੀ ਕੋਰਟ ਕੋਈ ਸਾਡੀ ਫੇਵਰ 'ਚ ਫੈਸਲਾ ਕਰਦੀ ਹੈ ਅਸੀਂ ਤੁਹਾਨੂੰ ਦੱਸਾਂਗੇ, ਤੁਹਾਡੀ ਪੀਆਰ ਹੋ ਜਾਏਗੀ, ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ। ਇਹਨਾਂ ਨੇ ਵੀ ਸਾਨੂੰ ਟਾਲਿਆ। ਉਸ ਤੋਂ ਬਾਅਦ ਅਸੀਂ 2-3 ਮਹੀਨੇ ਇਹਨਾਂ ਦੇ ਪਿੱਛੇ ਫਿਰਦੇ ਰਹੇ ਹਾਂ। ਫਿਰ ਫਾਈਨਲੀ ਉਹਨਾਂ ਨੇ ਸਾਡਾ ਬੇਟੀ ਦਾ ਕੇਸ ਜਿਹੜਾ ਪੀਆਰ ਦੀ ਫਾਈਲ ਸੀਗੀ ਉਹ ਕੋਰਟ 'ਚ ਭੇਜਤੀ, ਤੇ 15 ਫਰਵਰੀ ਦੇ ਕੋਲ ਮੇਰੀ ਬੇਟੀ ਨੂੰ ਉੱਧਰ ਪਤਾ ਲੱਗਿਆ ਕਿ ਉਹਦੀ ਪੀਆਰ ਜਿਹੜੀ ਆ ਉਹ ਬਾਰਡਰ ਸਿਕਿਉਰਿਟੀ ਵਾਲਿਆਂ ਨੇ ਤਾਂ ਕੈਂਸਲ ਕਰਤਾ ਹੋਇਆ, ਕਿ ਉਹਦੇ ਲੈਟਰ ਫੇਕ ਸੀਗੀ, ਤੇ ਹੁਣ ਉਹ ਕੋਰਟ ਉਹਨੂੰ ਡਿਸਾਈਡ ਕਰੂਗੀ। ਉਸ ਤੋਂ ਬਾਅਦ ਅਸੀਂ 15 ਫਰਵਰੀ ਤੋਂ ਬਾਅਦ ਮੇਰੇ ਬ੍ਰਦਰ ਨਾਲ ਅਸੀਂ ਗੱਲਬਾਤ ਕਰਕੇ ਤੇ ਅਸੀਂ ਕੰਪਲੇਂਟ ਤਿਆਰ ਕੀਤੀ ਤੇ ਕੰਪਲੇਂਟ ਫਾਈਲ ਕੀਤੀ ਇੱਥੇ ਜਲੰਧਰ, ਕਿ ਇਹ ਬੱਚੇ ਦਾ ਫਿਊਚਰ ਖਰਾਬ ਹੁੰਦਾ ਪਿਆ, ਤੇ ਇਹਨਾਂ ਦੀ ਜਿਹੜੀ ਇਹਨਾਂ ਨੇ ਸਾਡੇ ਨਾਲ ਧੋਖਾਧੜੀ ਕੀਤੀ ਆ। ਉਸ ਕੰਪਲੇਂਟ ਤੇ ਇੱਕ FIR ਲੌਜ ਹੋਈ 55 ਨੰਬਰ ਡਿਵੀਜ਼ਨ ਨੰਬਰ 6 ਦੇ ਵਿੱਚ, ਡਿਵੀਜ਼ਨ ਨੰਬਰ 6 ਜਲੰਧਰ ਦੇ ਵਿੱਚ, ਤੇ ਉਸ FIR ਦਰਜ ਹੋਣ ਤੋਂ ਬਾਅਦ ਪੁਲਿਸ ਨੇ ਰਾਹੁਲ ਭਾਰਗਵ ਨੂੰ ਕਸਟਡੀ 'ਚ ਲੈ ਲਿਆ। ਰਾਹੁਲ ਭਾਰਗਵ ਜੇਲ੍ਹ 'ਚ ਆ, ਤੇ ਦੂਸਰਾ ਜਿਹੜਾ ਮਿਸ਼ਰਾ ਹੈ ਬ੍ਰਜੇਸ਼ ਮਿਸ਼ਰਾ, ਉਹ ਸਾਨੂੰ ਪਤਾ ਲੱਗ ਰਿਹਾ ਕਿ ਉਹ ਆਊਟ ਆਫ ਰੀਚ ਆ, ਇਹਨਾਂ ਦੇ ਹੱਥ ਨਹੀਂ ਆਇਆ, ਉਹ ਇਹਨਾਂ ਨੂੰ ਨਹੀਂ ਮਿਲਿਆ। ਅੱਛਾ, ਤੁਸੀਂ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਪੁਲਿਸ ਕਰਮੀਆਂ ਦੇ ਨਾਲ ਗੱਲਬਾਤ ਵੀ ਕੀਤੀ ਜੀ, CP ਹੋਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਕੀ ਕੁਝ ਕਹਿ ਰਹੇ ਨੇ? ਨਹੀਂ, ਪੁਲਿਸ ਕਰਮੀਆਂ ਨਾਲ ਜਿਹੜੀ ਸਾਡੀ ਗੱਲਬਾਤ ਤਾਂ ਪਰਸਨਲੀ ਤਾਂ ਅਸੀਂ ਮੇਰੀ ਗੱਲਬਾਤ ਕੋਈ ਨਹੀਂ ਹੋਈ। ਮੈਂ ਕੰਪਲੇਂਟ ਬਣਾ ਕੇ ਦਿੱਤੀ, ਬ੍ਰਦਰ ਨੇ ਕੰਪਲੇਂਟ ਫਾਈਲ ਕੀਤੀ, ਉਹਨਾਂ ਨੇ ਬੁਲਾਇਆ ਪੁਲਿਸ ਵਾਲਿਆਂ ਨੇ, ਤੇ ਉਹਨਾਂ ਨੇ ਪੁੱਛਿਆ ਕਿ ਦੱਸੋ ਤੁਸੀਂ ਪੈਸੇ ਕਿੱਥੋਂ ਪੇ ਕੀਤੇ ਸੀ, ਆਪਣੇ ਲੈ ਕੇ ਆਓ ਸਬੂਤ, ਐਜ਼ ਉਹਨਾਂ ਦੀ ਇਨਕੁਆਇਰੀ ਹੁੰਦੀ ਆ, ਪੁਲਿਸ ਡਿਪਾਰਟਮੈਂਟ ਨੇ ਕਰਨੀ ਆ। ਉਹਨਾਂ ਨੇ ਪੁੱਛਿਆ ਕਿ ਤੁਸੀਂ 7 ਲੱਖ ਦਿੱਤਾ ਸੀ, ਸ਼ੋਅ ਕਰੋ। ਬ੍ਰਦਰ ਨੇ ਜਾ ਕੇ ਜਿੱਥੇ ਤੋਂ ਔਰਤੀਆਂ ਕੋਲੋਂ ਪੈਸੇ ਚੱਕੇ ਸੀ, ਅਕਾਊਂਟਸ ਦੇ ਸਟੇਟਮੈਂਟਸ ਤੇ ਰਸੀਦਾਂ ਵਗੈਰਾ ਸਾਰੀਆਂ ਦਿਖਾਈਆਂ। ਜਿਹੜੀ ਆਫਰ ਲੈਟਰ ਫੇਕ ਮਿਲੀ ਸੀ ਅਸੀਂ ਉਹ ਦਿਖਾਈ, ਜਿਹੜੇ ਸਾਡੇ ਬੱਚੇ ਦੇ ਡਾਕੂਮੈਂਟ ਸੀਗੇ ਅਸੀਂ ਉਹ ਦਿਖਾਏ। ਉਹਨਾਂ ਨੇ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਇੱਕ ਡਿਟੇਲਡ ਇਨਵੈਸਟੀਗੇਸ਼ਨ ਕਰਕੇ FIR ਲੌਜ ਕੀਤੀ ਹੈ। ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨਾਲ ਸਾਡੀ ਪਰਸਨਲ ਤਾਂ ਕੋਈ ਗੱਲਬਾਤ ਹੋਈ ਨਹੀਂ, ਨਾ ਕੋਈ ਬਣਦੀ ਆ, ਕਿਉਂਕਿ ਪਰਚਾ ਦਰਜ ਹੋ ਗਿਆ, ਤੇ ਫਿਰ ਇਹਦਾ ਮਤਲਬ ਕਿ FIR ਤੇ ਪੁਲਿਸ ਵਾਲਿਆਂ ਨੇ ਬੰਦੇ ਅਰੈਸਟ ਕਰਨੇ ਆ। ਜਿਹੜਾ ਉਹਨਾਂ ਨੂੰ ਇੱਕ ਮਿਲ ਗਿਆ ਉਹਨਾਂ ਨੇ ਜਾ ਕੇ ਜੇਲ੍ਹ 'ਚ ਪਾਤਾ, ਜਿਹੜਾ ਨਹੀਂ ਮਿਲਿਆ ਉਹਦਾ ਉਹ ਕਹਿ ਰਹੇ ਆ ਕਿ ਅਸੀਂ LOC ਇਸ਼ੂ ਕੀਤੀ ਹੋਈ ਹੈ। ਜਿਹੜੇ CP ਸਾਹਿਬ ਦੀ ਸਟੇਟਮੈਂਟ ਸੀ ਕੱਲ ਪਰਸੋਂ ਵੀ ਫੋਨ ਤੇ, ਕਿ ਅਸੀਂ ਉਹਨਾਂ ਦੀ ਧੜ ਪਕੜ ਵਾਸਤੇ ਐਫਰਟਸ ਕਰਦੇ ਪਏ ਹਾਂ। ਬਟ ਵਧੀਆ, ਠੀਕ ਹੈ ਜੀ, FIR ਹੋ ਗਈ, ਬੰਦਾ ਇੱਕ ਫੜਿਆ ਗਿਆ, ਦੂਜਾ ਵੀ ਫੜਿਆ ਜਾਏਗਾ। ਬਟ ਮਸਲਾ ਇਹ ਆ ਕਿ ਉਹਦੇ ਨਾਲ ਸਾਡੇ ਬੱਚੇ ਦਾ ਮਕਸਦ ਪੂਰਾ ਨਹੀਂ ਹੁੰਦਾ ਕਿ ਉਹਨੂੰ PR ਦੀ ਫਾਈਲ ਜਿਹੜੀ ਆ ਉਹਦੀ ਅਸੈਪਟ ਹੋ ਸਕੇ। ਕਿਸੇ ਨੂੰ ਵੀ ਸਜ਼ਾ ਕਰਾ ਕੇ ਜਾਂ ਕਿਸੇ ਨੂੰ ਵੀ FIR ਦਰਜ ਕਰਾ ਕੇ, ਅਸੀਂ FIR ਦਰਜ ਕਰਾਈ ਹੈ, ਠੀਕ ਹੈ, ਇਹਨਾਂ ਨੇ ਅਫੈਂਸ ਕਮਿਟ ਕੀਤਾ, ਇਹਨਾਂ ਨੇ ਫੋਰਜਰੀ ਕੀਤੀ, ਅਸੀਂ FIR ਦਰਜ ਕਰਾਈ, ਪਰ FIR ਦਰਜ ਹੋਣ ਨਾਲ, ਈਵਨ ਉਸ ਬੰਦੇ ਦੇ ਫੜੇ ਜਾਣ ਨਾਲ ਵੀ ਸਾਡੇ ਬੱਚੇ ਦਾ ਜਿਹੜਾ PR ਦਾ ਕੇਸ ਆ ਉਹ ਸਾਡਾ ਅਜੇ ਕਿਸੇ ਪਾਸੇ ਨਹੀਂ ਲੱਗਿਆ। ਤੇ ਉਧਰ ਬਾਅਦ ਸਾਨੂੰ ਪਤਾ ਲੱਗਦਾ ਪਿਆ ਨਾਲ ਦੀ ਨਾਲ ਕਿ ਬਹੁਤ ਸਾਰੇ ਬੱਚੇ ਆ, ਕੱਲਾ ਇਹੀ ਬੱਚਾ ਨਹੀਂ ਆ, ਉੱਥੇ 700 ਬੱਚਾ ਹੈ, ਤੇ ਉਹ 700 ਬੱਚਾ ਉਧਰ ਜਾ ਕੇ ਉੱਥੇ ਬੱਚੇ ਧਰਨੇ ਦਿੰਦੇ ਪਏ ਆ, ਉਹਨਾਂ ਨੂੰ ਪ੍ਰੋਟੈਸਟ ਸ਼ੋਅ ਕਰਦੇ ਪਏ ਆ। ਤੇ ਉਹਦੇ ਲਈ ਅਸੀਂ ਤਾਂ ਸਰਕਾਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਦੇਖੋ, ਜੇ ਤਾਂ ਸਾਡੇ ਬੱਚੇ ਦੇ ਪਾਰਟ ਤੇ ਕੋਈ ਨੈਗਲੀਜੈਂਸ ਹੈ ਜਾਂ ਇਹਨਾਂ ਦੇ ਪਾਰਟ ਦੇ ਉੱਤੇ ਕੋਈ ਫਲੋ ਹੈ ਕਿ ਅਸੀਂ ਕੁਝ ਗਲਤ ਕੀਤਾ, ਨਾ ਤਾਂ ਸਾਡੇ ਬੱਚੇ ਦਾ ਡਾਕੂਮੈਂਟ 'ਚ ਕੋਈ ਗਲਤੀ ਆ, ਬੱਚੇ ਨੇ +2 ਕੀਤੀ ਹੈ 95% ਨਾਲ, ਡਾਕੂਮੈਂਟ ਜੈਨੂਅਨ। ਦੂਸਰੀ ਗੱਲ ਆ ਕਿ ਬੱਚੇ ਨੇ IELTS ਕਲੀਅਰ ਕੀਤਾ 9 ਬੈਂਡ ਨਾਲ, ਉਹ ਸਾਡਾ ਸਰਟੀਫਿਕੇਟ ਜੈਨੂਅਨ ਆ, ਜਿਹੜੀਆਂ ਸਾਡੀਆਂ ਮੈਡੀਕਲ ਰਿਪੋਰਟਸ ਆ ਉਹ ਜੈਨੂਅਨ ਆ। ਤੇ ਉਹ ਸਾਰਾ ਕੁਝ ਅਸੈਪਟ ਹੋਣ ਤੋਂ ਬਾਅਦ ਅੱਜ ਕਿੱਦਾਂ ਪਤਾ ਲੱਗ ਸਕਦਾ ਕਿ ਉਹ ਡਾਕੂਮੈਂਟ ਜਾਲੀ ਸੀਗੇ? ਕੁਐਸਚਨ ਇਹ ਆ ਕਿ ਉਹ ਜਿਹੜਾ ਕਿ ਬੱਚੇ ਨੂੰ, ਅੱਜ ਮੇਰੀ ਬੇਟੀ ਨੂੰ 7 ਸਾਲ ਹੋ ਗਿਆ ਉੱਥੇ ਗਿਆ, ਤੇ 7 ਸਾਲਾਂ ਬਾਅਦ ਪਤਾ ਲੱਗਿਆ ਇਹ ਜਿਨ੍ਹਾਂ ਨੇ ਵੈਰੀਫਾਈ ਕੀਤਾ ਉਹਨਾਂ ਨੇ ਕਿਉਂ ਨਹੀਂ ਚੈੱਕ ਕੀਤਾ, ਜਿਨ੍ਹਾਂ ਨੇ ਅਪਰੂਵਲ ਦਿੱਤੀ ਉਹਨਾਂ ਨੇ ਕਿਉਂ ਨਹੀਂ ਚੈੱਕ ਕੀਤਾ, ਜਿਨ੍ਹਾਂ ਨੇ ਉਹਨੂੰ ਕਾਲਜ ਦੇ ਵਿੱਚ ਐਂਟਰੀ ਦਿੱਤੀ ਉਹਨਾਂ ਨੇ ਕਿਉਂ ਨਹੀਂ ਚੈੱਕ ਕੀਤਾ। ਸਾਨੂੰ ਉਦੋਂ ਪਤਾ ਹੁੰਦਾ ਕਿ ਸਾਡੇ ਬੱਚੇ ਦੀ ਆਫਰ ਲੈਟਰ ਫੇਕ ਆ, ਅਸੀਂ ਜਾਂ ਤਾਂ ਉਹਦਾ ਕੋਈ ਹੱਲ ਕਰਦੇ, ਨਹੀਂ ਤਾਂ ਅਸੀਂ ਆਪਣੇ ਬੱਚੇ ਦਾ ਕੋਈ ਹੋਰ ਜੁਗਾੜ ਲਾਉਂਦੇ, ਕੋਈ ਹੋਰ ਅਸੀਂ ਉਹਨੂੰ ਕਿਸੇ ਪਾਸੇ ਭੇਜਦੇ ਕਿ ਨਹੀਂ ਠੀਕ ਆ ਬੇਟਾ ਵਾਪਸ ਆਓ ਇੱਥੇ ਆ ਕੇ ਪੜ੍ਹ ਲਓ, ਠੀਕ ਹੈ ਨਾ। ਜੇ ਅਸੀਂ ਆਪਣੇ ਬੱਚੇ ਨੂੰ 7 ਸਾਲ ਬੱਚੇ ਨੇ ਉਸ ਦੇਸ਼ ਦੇ ਵਿੱਚ ਲਗਾਏ ਆ, ਪੜ੍ਹਾਈ ਕੀਤੀ ਆ, ਕੰਮ ਕੀਤਾ, ਟੈਕਸ ਪੇ ਕੀਤਾ, ਉਹਦੇ ਲਈ ਅਸੀਂ ਐਟ ਫਾਲਟ ਕਿੱਥੇ ਆ? ਜੇ ਜਿਹੜੇ ਸਾਡੇ ਬੱਚੇ ਆ ਜਾਂ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਦੇ ਪਾਰਟ ਤੇ ਕੋਈ ਗਲਤੀ ਹੈ ਤਾਂ ਅਸੀਂ ਮੰਨੀਏ, ਜੇ ਸਾਡੇ ਪਾਰਟ ਤੇ ਗਲਤੀ ਕੋਈ ਨਹੀਂ ਆ, ਜੇ ਅਸੀਂ ਕੁਝ ਫੋਰਜਰੀ ਨਹੀਂ ਕੀਤੀ ਤਾਂ ਉਹਦਾ ਖਮਿਆਜਾ ਸਾਡੇ ਬੱਚੇ ਕਿਉਂ ਭੁਗਤਣ? ਉਹਨਾਂ ਨੂੰ ਜੇ ਏਜੰਟ ਆ ਜਾਂ ਇਹਨਾਂ ਦੇ ਇਮੀਗ੍ਰੇਸ਼ਨ ਵਾਲੇ ਆ ਜਾਂ ਐਮਬੈਸੀ ਵਾਲੇ ਆ ਜਾਂ ਉੱਥੇ ਕਾਲਜ ਵਾਲੇ ਆ, ਕਿਸੇ ਨੇ ਵੀ ਫੋਰਜਰੀ ਕੀਤੀ ਆ ਤੇ ਉਹਨਾਂ ਨੂੰ ਪਨਿਸ਼ਮੈਂਟ ਹੋਵੇ ਨਾ, ਬੱਚਿਆਂ ਨੂੰ ਕਿਉਂ? ਜਿਨ੍ਹਾਂ ਨੇ ਪਹਿਲਾਂ ਹੀ ਪੈਸੇ ਲਗਾਏ ਹੋਏ ਆ, ਜਿਨ੍ਹਾਂ ਨੇ 7 ਸਾਲ ਦੂਜੇ ਦੇਸ਼ 'ਚ ਜਾ ਕੇ ਗਾਲੇ ਹੋਏ ਆ,
ਤੇ ਉਹਨਾਂ ਬੱਚਿਆਂ ਨੂੰ ਅਸੀਂ ਅੱਜ ਵੀ ਕਹਿੰਦੇ ਪਏ ਹਾਂ ਕਿ ਠੀਕ ਹੈ ਜੀ ਤੁਸੀਂ ਤੁਹਾਨੂੰ ਡਿਪੋਰਟ ਕਰਾਂਗੇ। ਉੱਥੇ ਉਹਨਾਂ ਦਾ ਤਾਂ ਬੱਚਿਆਂ ਦਾ ਤਾਂ ਕਸੂਰ ਹੀ ਕੋਈ ਨਹੀਂ, ਉਹ ਤਾਂ ਪਹਿਲਾਂ ਹੀ ਵਿਕਟਮ ਆ, ਉਹ ਤਾਂ ਖੁਦ ਪੀੜਤ ਆ। ਉਹਨਾਂ ਦੇ ਘਰਦਿਆਂ ਨੇ ਇੱਧਰੋਂ ਉੱਧਰੋਂ ਪੈਸੇ ਚੱਕ ਕੇ ਕਰਜ਼ਾ ਲੈ ਕੇ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਿਆ। ਠੀਕ ਹੈ, ਫਿਰ ਅਸੀਂ ਆਪਣੇ ਬੱਚੇ ਨੂੰ 7 ਸਮੁੰਦਰ ਪਾਰ ਭੇਜਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਚਲੋ ਸਾਡੇ ਬੱਚੇ ਦਾ ਫਿਊਚਰ ਆ, ਜੇ ਬੱਚਾ ਵਧੀਆ ਪੜ੍ਹ ਜਾਏਗਾ ਜਾਂ ਬੱਚਾ ਆਪਣਾ ਕੈਰੀਅਰ ਕਿਤੇ ਬਣਾ ਲੈਂਦਾ, ਬੱਚਾ ਸੈਟਲ ਹੋ ਜਾਂਦਾ, ਤੇ ਅਸੀਂ ਇਹ ਬੱਚੇ ਵੱਲੋਂ ਬੇਫਿਕਰ ਹਾਂ ਕਿ ਚਲੋ ਇਹਨਾਂ ਦੇ ਕਿਤੇ ਅੱਜ ਸਾਡੇ ਬੱਚੇ ਚੁਰਾਹੇ 'ਚ ਖੜੇ ਆ, ਉਹਨਾਂ ਨੂੰ ਪਤਾ ਹੀ ਨਹੀਂ ਇਹ ਡਿਪੋਰਟ ਕਰਦੇ ਆ ਤੇ ਮੇਰੀ ਬੇਟੀ ਕਿੱਧਰ ਜਾਣ ਜੋਗੀ ਆ, ਉਹਨੇ ਕੀ ਕਰਨਾ, ਨਾ ਉਹ ਇੱਧਰ ਜੋਗੇ ਨਾ ਉੱਧਰ ਜੋਗੇ। ਤੇ ਫਿਰ 5-6 ਸਾਲ ਕਈ ਬੱਚਿਆਂ ਦੇ 5-5 ਸਾਲ, ਕਈਆਂ ਦੇ 6-6 ਸਾਲ ਲੱਗੇ ਹੋਏ ਆ। ਮੇਰੀ ਬੇਟੀ ਦੇ 7 ਸਾਲ ਹੋ ਗਏ। 7 ਸਾਲਾਂ ਬਾਅਦ ਅੱਜ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਅਸੀਂ ਡਿਪੋਰਟ ਕਰਾਂਗੇ। ਉਹ ਵੀ ਪਨਿਸ਼ਮੈਂਟ ਉਸ ਚੀਜ਼ ਦੀ ਜਿਹੜਾ ਅਸੀਂ ਨਹੀਂ ਕੀਤਾ, ਜਿਹੜਾ ਸਾਡੇ ਪਾਰਟ ਤੇ ਨਹੀਂ ਆ, ਸਾਡੇ ਬੱਚਿਆਂ ਦੇ ਪੇਰੈਂਟਸ ਨੇ ਨਹੀਂ ਕੀਤਾ, ਬੱਚਿਆਂ ਨੇ ਨਹੀਂ ਕੀਤਾ। ਜੇ ਸਾਡੇ ਬੱਚੇ ਨੇ 7 ਸਾਲਾਂ 'ਚ ਕੋਈ ਇੱਕ ਬਾਲ ਜਿੰਨੇ ਵੀ ਉੱਥੇ ਕੋਈ ਡਿਸਿਪਲਿਨ ਤੋੜਿਆ, ਕੋਈ ਕਾਨੂੰਨ ਤੋੜਿਆ, ਜਾਂ ਕੋਈ ਉਹਦੇ ਐਕਟ ਕੰਡਕਟ ਕੋਈ ਇਦਾਂ ਦਾ ਹੈਗਾ ਜਿਹਦੇ ਨਾਲ ਦੂਜੀ ਦੇਸ਼ ਦੀ ਸਰਕਾਰ ਦਾ ਕੋਈ ਨੁਕਸਾਨ ਹੋਇਆ, ਜਾਂ ਕੋਈ ਅਸੀਂ ਅਫੈਂਸ ਕਮਿਟ ਕੀਤਾ, ਤਾਂ ਅਸੀਂ ਦੇਣਦਾਰ ਹਾਂ, ਤਾਂ ਅਸੀਂ ਇਸ ਪਨਿਸ਼ਮੈਂਟ ਲਈ ਵੀ ਲਾਇਬਲ ਹੈਗੇ ਆ। ਬਟ ਜੇ ਸਾਡਾ ਫਾਲਟ ਕੋਈ ਨਹੀਂ ਆ, ਸਾਡੀ ਗਲਤੀ ਕੋਈ ਨਹੀਂ ਆ, ਉਹਦੀ ਸਜ਼ਾ ਸਾਨੂੰ ਕਿਉਂ ਤੇ ਸਾਡੇ ਬੱਚਿਆਂ ਨੂੰ ਕਿਉਂ? ਠੀਕ ਹੈ, ਬਿਲਕੁਲ। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਨਾਲ ਇਹ ਕੁਝ ਹੋਇਆ ਹੈ, ਫਾਈਲ ਰਿਜੈਕਟ ਹੋਈ, ਉਦੋਂ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ? ਹਾਂ ਸਰ, ਗੱਲ ਤਾਂ ਦੇਖੋ ਕਿ ਇੱਕ ਤਾਂ ਅਸੀਂ 7 ਲੱਖ ਇਹਨਾਂ ਨੂੰ ਦਿੱਤਾ, 13 ਲੱਖ ਅਸੀਂ ਨਵੇਂ ਸਿਰੋਂ ਇੱਕ ਹੋਰ ਕਾਲਜ ਨੂੰ ਦਿੱਤਾ। ਇੱਕ 20 ਲੱਖ ਰੁਪਇਆ ਅਸੀਂ 2016 'ਚ ਲਗਾਇਆ, ਅੱਜ ਤੋਂ 7 ਸਾਲ ਪਹਿਲਾਂ, ਹੈ ਨਾ। ਆਪਾਂ ਦੇਖੀਏ ਕਿ ਅੱਜ ਦੀ ਤਰੀਕ 'ਚ ਉਹਦੀ ਕੀ ਵੈਲਿਊ ਉਨੀ ਅਮਾਊਂਟ ਦੀ। ਪਲੱਸ ਕਹਿ ਲਓ ਸਭ ਤੋਂ ਮਹਿੰਗੀ ਚੀਜ਼ ਕਿ ਅਸੀਂ ਬੱਚਿਆਂ ਨੂੰ ਬਾਹਰ ਭੇਜਿਆ। ਸਾਡੇ ਬੱਚੇ ਖੱਜਲ ਖਰਾਬ ਹੋਏ, 6 ਮਹੀਨੇ ਬੱਚੀ ਵਿਹਲੀ ਰਹੀ, ਉਹ ਇੱਕ ਸਮੈਸਟਰ ਉਹਦਾ ਖਰਾਬ ਗਿਆ ਜਿਹੜਾ ਉਹ ਪੜ੍ਹ ਹੀ ਨਹੀਂ ਪਾਈ। ਉਹ ਟਾਈਮ ਦੀ ਉਹਦੀ ਵੈਲਿਊ ਕੌਣ ਦੇਊਗਾ? ਉਸ ਤੋਂ ਬਾਅਦ ਬੱਚੇ ਨੇ ਜੇ 6-7 ਸਾਲ ਉਸ ਦੇਸ਼ 'ਚ ਲਗਾਏ, ਕੰਮ ਕੀਤਾ, ਟੈਕਸ ਪੇ ਕੀਤਾ, ਕਿੰਨੇ ਔਖੇ ਹੋ ਕੇ ਸਟਰਗਲ ਕਰਕੇ ਬੱਚੇ ਉੱਧਰ ਆਪਣਾ ਸਰਵਾਈਵ ਕਰਦੇ ਆ, ਤੇ ਅੱਜ ਉਹ ਇਸ ਸਟੇਜ ਤੇ ਖੜੇ ਆ ਕਿ ਉਹਨਾਂ ਨੂੰ ਉਹਨਾਂ ਦਾ ਫਿਊਚਰ ਹੀ ਨਹੀਂ ਨਜ਼ਰ ਆ ਰਿਹਾ ਕੀ ਹੋਣਾ। ਤੇ ਤੁਸੀਂ ਸੋਚੋ ਕਿ ਐਜ਼ ਅ ਪੇਰੈਂਟਸ ਅਸੀਂ ਕੀ ਸੋਚਾਂਗੇ। ਬਿਲਕੁਲ। ਇੱਕ ਮੈਨੂੰ ਇਹ ਵੀ ਜ਼ਰੂਰ ਦੱਸਿਓ, ਤੁਸੀਂ ਪਹਿਲੇ ਰਹੇ ਹੋ ਜਿਨ੍ਹਾਂ ਨੇ FIR ਦਰਜ ਕੀਤੀ ਹੈਗੀ ਹੈ, ਤਕਰੀਬਨ 700 ਤੋਂ ਵੀ ਜ਼ਿਆਦਾ ਬੱਚੇ ਜਿਹੜੇ ਨੇ ਉਹ ਬਾਹਰ ਫਸੇ ਹੋਏ ਨੇ। ਕੈਨੇਡਾ ਦੀ ਐਮਬੈਸੀਆਂ ਕਹਿ ਰਹੀਆਂ ਨੇ ਕਿ ਇਹਨਾਂ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾਵੇਗਾ। ਹਾਲਾਂਕਿ ਇੱਕ ਰਿਲੀਫ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਹੁਣ ਕੁਝ ਸਮੇਂ ਦੇ ਲਈ ਰੋਕਿਆ ਗਿਆ ਹੈ ਉਸ ਡਿਪੋਰਸ਼ਨ ਨੂੰ। ਬਾਕੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਤੁਸੀਂ FIR ਦੇ ਦਿੱਤੀ ਹੈ, ਤੁਹਾਡੇ ਵੱਲੋਂ ਕੀ ਐਫਰਟ ਕੀਤੇ ਜਾ ਰਹੇ ਨੇ? ਪੁਲਿਸ ਤੁਹਾਨੂੰ ਕੀ ਦਿਲਾਸਾ ਦੇ ਰਹੀ ਹੈ? ਅਸੀਂ ਐਫਰਟਸ ਕੀਤੀਆਂ, ਅਸੀਂ FIR ਦਰਜ ਕਰਵਾਤੀ, ਠੀਕ ਹੈ, ਪੁਲਿਸ ਨੇ ਆਪਣਾ ਕੰਮ ਕੀਤਾ। ਹੁਣ ਤਾਂ ਸਿਰਫ ਅਸੀਂ ਰਿਕੁਐਸਟ ਕਰ ਸਕਦੇ ਹਾਂ ਆਪਣੀ ਸਟੇਟ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ ਨੂੰ ਤੇ ਕੈਨੇਡੀਅਨ ਗਵਰਨਮੈਂਟ ਨੂੰ ਕਿ ਜੇ ਬੱਚੇ ਆਪਣੇ ਕੰਮ ਵਿੱਚ ਪੂਰੇ ਨੇ, ਜੇ ਬੱਚੇ ਆਪਣੇ ਕੰਮ ਦੇ ਵਿੱਚ ਕੋਈ ਕੋਤਾਹੀ ਨਹੀਂ ਕਰਦੇ, ਜੇ ਬੱਚੇ ਕੋਈ ਤੁਹਾਡਾ ਕਾਨੂੰਨ ਨਹੀਂ ਤੋੜਦੇ, ਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਇਹਦਾ ਸੌਟ ਆਊਟ ਇਹਨੂੰ ਕਰ ਸਕਦੀਆਂ ਆ। ਐਡੀ ਕੋਈ ਗੱਲ ਨਹੀਂ ਆ ਕਿ ਇੱਕ ਫੇਕ ਲੈਟਰ ਦੇ ਕੇ ਕੋਈ ਵੀ ਬੰਦਾ ਕਿਸੇ ਨੂੰ ਬਾਹਰ ਭੇਜਦਾ ਹੈ ਤੇ ਕਿਸੇ ਉਹਨਾਂ ਦੇ ਆਫੀਸ਼ੀਅਲਸ ਦਾ ਵਿੱਚ ਕੋਈ ਪਾਰਟ ਨਹੀਂ ਆ। ਉਹਨਾਂ ਦੇ ਆਫੀਸ਼ੀਅਲਸ ਵੀ ਵਿੱਚ ਹੋਣਗੇ, ਕੋਈ ਇੱਕ ਬੰਦਾ ਆਪਣੇ ਲੈਵਲ ਤੇ ਇੰਨਾ ਵੱਡਾ ਸਕੈਮ ਨਹੀਂ ਕਰ ਸਕਦਾ। ਪਰ ਜੋ ਸਾਡੇ ਕੋਲੋਂ ਹੋਇਆ, ਇੱਕ ਲਿੰਕ ਆ ਕਿ ਅਸੀਂ ਇਸ ਬੰਦੇ ਨੂੰ ਡਾਇਰੈਕਟ ਮਿਲੇ ਸੀ, ਅਸੀਂ ਇੱਥੇ FIR ਲੌਂਚ ਕਰਵਾਈ ਬਰਜੇਸ਼ ਮਿਸ਼ਰਾ ਤੇ ਤਾਂ ਉਹਦੇ ਪਾਰਟਨਰ ਰਾਹੁਲ ਭਾਰਗਵ ਤੇ। ਸਾਡੀ ਕਿਉਂਕਿ ਅਸੀਂ ਡਾਇਰੈਕਟਲੀ ਇਹਨਾਂ ਨੂੰ ਮਿਲੇ ਹਾਂ, ਸਾਡੀ ਇਹਨਾਂ ਤੇ ਹੀ ਕੰਪਲੇਂਟ ਕਰਨੀ ਬਣਦੀ ਆ, ਅਸੀਂ ਕੀਤੀ ਆ। ਪਰ ਜੇ ਇੰਨੇ ਸਾਰੇ ਬੱਚੇ ਆ, ਜੇ ਦੇਖਿਆ ਜਾਏ ਤੇ ਇੰਨੇ ਸਾਰੇ ਲੋਕ, ਆਪਾਂ ਸਾਡੀ ਪੰਜਾਬ ਗਵਰਨਮੈਂਟ ਦੇਖੇ ਕਿ ਇੰਨੇ ਲੋਕਾਂ ਦਾ, ਇੰਨੇ ਬੱਚਿਆਂ ਦਾ ਫਿਊਚਰ ਜਿਹੜਾ ਅੱਜ ਧੁੰਦਲਾ ਹੋ ਗਿਆ ਕਿਸੇ ਇੱਕ ਬੰਦੇ ਦੇ ਜਾਂ 2 ਬੰਦਿਆਂ ਦੇ ਜਾਂ 10 ਬੰਦਿਆਂ ਦੇ ਕਾਰਨ, ਤੇ ਉਹਨੂੰ ਸੌਟ ਆਊਟ ਕਰਨਾ ਹੋਵੇ ਤੇ ਕਿਆ ਪੰਜਾਬ ਗਵਰਨਮੈਂਟ ਦੇ ਕੋਲ ਕੋਈ ਹੱਲ ਨਹੀਂ ਆ? ਇਹ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਰਿਕੁਐਸਟ ਕਰ ਸਕਦੀ ਹੈ, ਸੈਂਟਰ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ। ਫਿਰ ਸੈਂਟਰ ਗਵਰਨਮੈਂਟ, ਜੇ ਕੈਨੇਡੀਅਨ ਗਵਰਨਮੈਂਟ ਨਾਲ ਇਹਦੇ ਵਧੀਆ ਰਿਲੇਸ਼ਨ ਆ, ਹਰ ਰੋਜ਼ ਲੱਖਾਂ ਬੱਚਾ ਜਾਂਦਾ, ਲੱਖਾਂ ਲੋਕ ਉਧਰੋਂ ਆਉਂਦੇ ਵੀ ਆ, ਉਧਰੋਂ ਲੋਕ ਪੈਸਾ ਭੇਜਦੇ ਆ, ਇੱਧਰ ਇਨਵੈਸਟ ਕਰਦੇ ਆ, ਇੱਧਰੋਂ ਅਸੀਂ ਪੈਸਾ ਭੇਜਦੇ ਆ, ਸਾਡੇ ਬੱਚੇ ਉੱਧਰ ਪੜ੍ਹਦੇ ਆ, ਤੇ 2 ਦੇਸ਼ਾਂ ਦੇ ਵਿੱਚ ਇੰਨੇ ਵਧੀਆ ਰਿਲੇਸ਼ਨ ਹੈਗੇ ਆ। ਤੇ ਫਿਰ ਕਿਆ ਸਾਡੀ ਗਵਰਨਮੈਂਟ, ਸਾਡੀ ਸਰਕਾਰ, ਇਵਨ ਸੈਂਟਰ ਗਵਰਨਮੈਂਟ ਦੂਜੇ ਦੇਸ਼ਾਂ ਨਾਲ ਇਸ ਨੂੰ ਟਾਈ ਅਪ ਕਰਕੇ ਇਹਨੂੰ ਸੌਟ ਆਊਟ ਨਹੀਂ ਕਰ ਸਕਦੀ? ਜੇ ਅੱਜ ਉਹਨਾਂ ਦੀ ਕੋਰਟ 'ਚ ਮੇਰੇ ਬੱਚੇ ਦਾ ਕੇਸ ਪੈਂਡਿੰਗ ਆ, ਉਹ ਬਾਕੀ ਹੋਰ ਲੋਕਾਂ ਦੇ ਕੇਸ ਵੀ ਪੈਂਡਿੰਗ ਹੋਣਗੇ, PR ਦੀਆਂ ਫਾਈਲਸ, ਤੇ ਉਹਨਾਂ ਕੋਰਟਾਂ ਨੇ ਕਾਨੂੰਨ ਮੁਤਾਬਕ ਕੰਮ ਕਰਨਾ, ਤੇ ਕਾਨੂੰਨ ਕੌਣ ਬਣਾਉਂਦਾ ਹੈ? ਕਾਨੂੰਨ ਤਾਂ ਸਰਕਾਰਾਂ ਬਣਾਉਂਦੀਆਂ ਨੇ। ਤੇ ਜੇ ਉਹ ਸਰਕਾਰਾਂ ਚਾਹਣ ਤੇ ਉਹ ਕਿਆ ਇਹਦੇ ਵਿੱਚ ਰਿਲੈਕਸੇਸ਼ਨ ਦੇ ਕੇ ਬੱਚਿਆਂ ਨੂੰ ਇਸ ਕਹਿ ਲਓ ਕਿ ਦੁਚਿੱਤੀ 'ਚੋਂ ਬਾਹਰ ਨਹੀਂ ਕੱਢ ਸਕਦੀਆਂ? ਬਿਲਕੁਲ ਕੱਢ ਸਕਦੀਆਂ। ਤੇ ਸਾਡੀ ਤਾਂ ਰਿਕੁਐਸਟ ਆ ਕਿ ਇਹਨਾਂ ਬੱਚਿਆਂ ਨਾਲ ਕੋਈ ਵੀ ਇਹਨਾਂ ਨੂੰ ਪਨਿਸ਼ਮੈਂਟ ਨਾ ਦਿੱਤੀ ਜਾਏ, ਕਿਉਂਕਿ ਇਹਨਾਂ ਦਾ ਕੋਈ ਕਸੂਰ ਨਹੀਂ ਆ। ਇਹਨਾਂ ਨੇ ਆਪਣੇ ਵੱਲੋਂ ਜੋ ਐਫਰਟਸ ਕਰ ਸਕਦੇ ਸੀ, ਆਪਣਾ ਦੇਸ਼ ਸਮਝ ਕੇ ਉੱਥੇ ਪੜ੍ਹਾਈ ਵੀ ਕੀਤੀ ਆ, ਉੱਥੇ ਮਿਹਨਤ ਵੀ ਕੀਤੀ ਆ, ਰਾਤਾਂ ਜਾਗ ਕੇ ਬੱਚਿਆਂ ਨੇ ਕੰਮ ਕੀਤਾ, ਤੁਹਾਡੀ ਗਵਰਨਮੈਂਟ ਨੂੰ ਟੈਕਸ ਦਿੱਤਾ। ਤੇ ਜੇ ਅੱਜ ਉਹਨਾਂ ਬੱਚਿਆਂ ਤੇ ਇਸ ਕਰਕੇ ਸ਼ਿਕੰਜਾ ਕੱਸਿਆ ਜਾ ਰਿਹਾ ਕਿ ਉਹਨਾਂ ਦੇ ਪਿੱਛੇ ਡਾਕੂਮੈਂਟ ਗਲਤ ਭੇਜੇ ਸੀ ਜਿਹੜੇ ਉਹਨਾਂ ਨੇ ਨਹੀਂ ਬਣਾਏ, ਤਾਂ ਉਹਦੀ ਪਨਿਸ਼ਮੈਂਟ ਉਹਨਾਂ ਨੂੰ ਕਿਉਂ?
ਠੀਕ ਹੈ, ਉਹ ਆਪਣੇ ਵੀ ਅਫੀਸ਼ੀਅਲਸ ਲੱਭਣ ਜਿਨ੍ਹਾਂ ਨੇ ਵੈਰੀਫਾਈ ਕਰਨਾ ਸੀ, ਜਿਨ੍ਹਾਂ ਨੇ ਅਪਰੂਵਲ ਦੇਣੀ ਸੀ, ਜਿਨ੍ਹਾਂ ਦੇ ਪਾਰਟ ਤੇ ਫਲॉज ਹੈਗੇ ਆ, ਜਿਨ੍ਹਾਂ ਨੇ ਆਪਣਾ ਕੰਮ ਤਨਦੇਹੀ ਨਾਲ ਨਹੀਂ ਕੀਤਾ, ਜਾਂ ਜਿਨ੍ਹਾਂ ਨੇ ਜਾਣਬੁੱਝ ਕੇ ਸਕੈਮ ਕੀਤਾ, ਜਾਂ ਜਿਨ੍ਹਾਂ ਨੇ ਪੈਸੇ ਦੀ ਖਾਤਰ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਕੀਤਾ, ਉਹਨਾਂ ਤੇ ਐਕਸ਼ਨ ਲੈਣ ਜੋ ਲੈਣਾ ਬਣਦਾ ਹੈ। ਤੇ ਬੱਚਿਆਂ ਦੇ ਕਿਉਂ, ਉਹ ਤਾਂ ਪਹਿਲਾਂ ਹੀ ਵਿਕਟਮ ਆ। ਜੀ ਬਿਲਕੁਲ, ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਤਾਂ ਕੈਨੇਡਾ ਦੇ ਵਿੱਚ 700 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ ਫਸੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਐਫਆਈਆਰ ਜਿਹੜੀ ਹੈ ਉਹ ਜਲੰਧਰ ਤੋਂ ਹੀ ਲਾਂਚ ਹੋਈ ਆ। ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਮੁਲਾਕਾਤ ਕਰਾਈ, ਕਿਉਂਕਿ ਇੱਕ ਬੱਚਾ ਜਦੋਂ 7 ਸਮੁੰਦਰ ਪਾਰ ਕਿਸੇ ਦੇਸ਼ ਦੇ ਵਿੱਚ ਜਾਂਦਾ ਹੈ, ਉਸ ਜਗ੍ਹਾ ਦੇ ਉੱਤੇ ਜਾ ਕੇ 7 ਸਾਲ ਲਗਾਉਂਦਾ ਹੈ, ਤੇ ਜਿਸ ਤੋਂ ਬਾਅਦ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਪੜ੍ਹਾਈ, ਉਸਦੇ ਪੈਸੇ ਜਿਹੜੇ ਨੇ ਉਹ ਬਰਬਾਦ ਹੋ ਗਏ ਨੇ। ਉਹ ਵਕਤ ਉਸ ਬੱਚੇ ਦੇ ਉੱਤੇ, ਉਸਦੇ ਪਰਿਵਾਰ ਦੇ ਉੱਤੇ ਕੀ ਕੁਝ ਬੀਤਦੀ ਹੈ, ਉਸ ਬਾਰੇ ਅੱਜ ਤੁਹਾਡੇ ਤੱਕ ਜਿਹੜੀ ਹੈ ਉਹ ਜਾਣਕਾਰੀ ਪਹੁੰਚਾਈ ਹੈ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਜਲੰਧਰ।